देखो साडे मंत्री साफ कहने ਜਿਹੜੇ 3 ਕਾਨੂੰਨ ਉਹ ਕਹਿੰਦੇ ਕਾਲੇ ਕਾਨੂੰਨ ਹੈ ਉਹ ਕਹਿੰਦੇ 3 ਕਾਨੂੰਨਾਂ ਚ ਕਾਲਾ ਕਿਹੜਾ ਕਾਨੂੰਨ ਹੈ ਕਾਲੀ ਲਾਈਨ ਕਿਹੜੀ ਹੈ ਕਾਲੀ ਧਾਰਾ ਕਿਹੜੀ ਹੈ ਕਾਲਾ ਸ਼ਬਦ ਕਿਹੜਾ ਹੈ ਉਹ ਆਪਾਂ ਕੱਢ ਦਿੰਦੇ ਆ ਅੱਜ ਤੱਕ ਕੋਈ ਉਹ ਦੱਸ ਨਹੀਂ ਸਕਿਆ ਕਿਸਾਨ ਕਹਿੰਦੇ ਅਸੀਂ ਬਹੁਤ ਵਾਰੀ ਦੱਸਿਆ ਉੱਥੇ ਤੁਸੀਂ ਪੁੱਛ ਕੇ ਦੱਸ ਦਿਓ ਹੁਣ ਜਿਹੜੇ ਇਹਨਾਂ ਦੇ ਪ੍ਰਧਾਨ ਹੈ ਕਾਂਗਰਸ ਦੇ ਸਿੱਧੂ ਸਾਹਿਬ ਉਹ ਕਹਿੰਦੇ ਸਾਡੀ ਸਰਕਾਰ ਆਏਗੀ ਤੇ 3 ਰੁਪਏ ਯੂਨਿਟ ਕਰ ਲਾਂਗੇ ਉਹਨੂੰ ਭਾਈ ਕੋਈ ਪੁੱਛੇ ਵੀ ਹੁਣ ਕਿਹਦੀ ਸਰਕਾਰ ਹੈ क्या है पता नहीं जनता ਨੂੰ ਕੀ ਸਮਝਦੇ ਹੈ क्या जनता ਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ ਅਕਾਲੀ ਦਲ ਵੀ ਉਹਨਾਂ ਲੀਆਂ ਤੇ ਤੁਰ ਪਿਆ ਆਪ ਦਾ ਤਾਂ ਦਿੱਲੀ ਜਾ ਕੇ ਤੁਸੀਂ ਦੇਖ ਲਓ ਉਹ ਕਹਿੰਦੇ ਘਰ ਘਰ ਪਾਣੀ ਪਹੁੰਚਾ ਦਾਂਗਾ ਅੱਜ ਘਰ ਘਰ ਉਹ ਕਾਰਾਂ ਡੁੱਬੀਆਂ ਹੋਈਆਂ ਪਾਣੀ ਵਿੱਚ ਸੋ ਗੱਲ ਇਹ ਹੈ ਇਹ ਸਭ ਲਾ ਰਹੇ ਆ ਜਿਹੜੀ ਪਾਰਟੀ ਜਿਹੜੀ ਤੁਸੀਂ ਗੱਲ ਕਰਦੇ ਹੋ ਪੰਜਾਬ ਸਰਕਾਰ ਕੈਪਟਨ ਸਰਕਾਰ ਜਾਂ ਕਾਂਗਰਸ ਸਰਕਾਰ ਕੇਂਦਰ 'ਚ ਵੀ ਤੇ ਸਟੇਟ 'ਚ ਵੀ ਜਿਹੜੀ ਅੱਡੀਆਂ ਚੱਕ ਇਹ ਕਹਿੰਦੇ ਸੀ ਵੀ ਭਾਜਪਾ ਨੇ ਖਿਲਾਫ ਕੀਤਾ ਭਾਜਪਾ ਨੇ ਮਾੜਾ ਕੀਤਾ ਭਾਜਪਾ ਨੇ ਉਹ ਕੀਤਾ ਅੱਜ ਉਹਨਾਂ ਦੇ ਖਿਲਾਫ ਵੀ ਉਹਨਾਂ ਹੀ ਕਿਸਾਨਾਂ ਨੇ ਧਰਨਾ ਲਾਇਆ ਡਿਫਰੈਂਟ ਐਕਸਪਰਟਾਈਜ਼ ਤੇ ਕਿਸਾਨਾਂ ਦੇ ਲੀਡਰਾਂ ਨਾਲ ਤੇ ਬਾਕੀ ਜਿਹੜੇ ਕਮਿਸ਼ਨਸ ਬਣੇ ਸੀਗੇ ਸਾਰਿਆਂ ਦੀ ਜੋ ਵੀ ਇੱਕ ਖਰੜਾ ਤਿਆਰ ਕੀਤਾ ਉਹਦੇ ਹਿਸਾਬ ਨਾਲ ਇਹ ਜਿਹੜੇ ਕਾਨੂੰਨ ਜਿਹੜੇ ਲਾਗੂ ਕੀਤੇ ਸੀਗੇ ਲੇਕਿਨ ਉਦੋਂ ਇਹਨਾਂ ਨੇ ਕਾਂਗਰਸ ਨੇ ਉਦੋਂ ਖਰਾਬ ਕੀਤਾ ਇਸ ਅੰਦੋਲਨ ਨੂੰ ਹਵਾ ਦੇਣ ਦੀ ਕੋਸ਼ਿਸ਼ ਕੀਤੀ ਬਕਾਇਆ ਨਹੀਂ ਮਿਲ ਰਿਹਾ ਖੰਡ ਮਿਲਾਂ ਤੋਂ ਟਕੈਤ ਸਾਹਿਬ ਹੋਰੀ ਉੱਥੇ ਅਗਵਾਈ ਕਰ ਰਹੇ ਨੇ ਉੱਥੇ ਉਹਨਾਂ ਦਾ ਟਕੈਤ ਸਾਹਿਬ ਦਾ ਗੰਗਾ ਰਹੇ ਤਾਂ ਗੰਗਾ ਰਾਮ ਜਮਨਾ ਗਏ ਤਾਂ ਜਮਨਾ ਦਾਸ ਉਹਨਾਂ ਨੂੰ ਕਿਸਾਨਾਂ ਦਾ ਕੁਝ ਨਹੀਂ ਹੈਗਾ ਕਿਸਾਨ ਕਹਿੰਦੇ ਕਿ ਸ਼ਰਤਾਂ ਨਾ ਲਗਾਓ ਨਾ ਵੀ ਇਹਨਾਂ ਸ਼ਰਤਾਂ ਤੇ ਗੱਲਬਾਤ ਹੋਊਗੀ ਤੁਸੀਂ ਖੁੱਲੇ ਦਿਲ ਨਾਲ ਬੁਲਾਓ ਸਾਨੂੰ ਅਸੀਂ ਆਉਣ ਨੂੰ ਤਿਆਰ ਆ ਖੁੱਲਾ ਦਿਲ ਦੋਸਤ ਕੀ ਹੋਏਗਾ ਉਹ ਕਹਿੰਦੇ 1.5 ਸਾਲ ਲਈ ਕਹਿੰਦੇ ਪ੍ਰਪੋਜ਼ਲ ਹੁਣ ਸਰਕਾਰ ਨੇ ਦੇਣਾ ਅਸੀਂ ਆਪਣੇ ਦੇ ਚੁੱਕੇ ਆ ਕਿਆ ਪ੍ਰਪੋਜ਼ਲ ਦਿੱਤੀ ਰੱਦ ਕਰੋ ਪ੍ਰਪੋਜ਼ਲ ਹੈ ਹੀ ਨਹੀਂ ਕੋਈ ਸਾਰਿਆਂ ਦੀ ਚਿੰਤਾ ਕਰਨਾ ਆਪਣੇ ਮੰਤਵ ਦੇ ਹਿਸਾਬ ਦੇ ਨਾਲ ਅੱਜ ਤੱਕ ਜਿਸ ਵਰਗ ਦੀ ਕਿਸੇ ਵੀ ਪਾਰਟੀ ਨੇ ਚਾਹੇ ਉਹ ਕੇਂਦਰ 'ਚ ਰਹੀ ਚਾਹੇ ਸਟੇਟ 'ਚ ਰਹੀ ਜਿਹਨੇ ਨਹੀਂ ਚਿੰਤਾ ਕੀਤੀ ਖਾਲੀ ਉਹਨਾਂ ਦੀਆਂ ਇਮੋਸ਼ਨਸ ਨੂੰ ਕੈਸ਼ ਕਰਵਾ ਕੇ ਰਾਜ ਕੀਤਾ ਜੇ ਉਹਨਾਂ ਦੀ ਗਰਾਊਂਡ ਰਿਐਲਿਟੀ ਚਿੰਤਾ ਕੀਤੀ ਹੈ ਤਾਂ ਕੇਂਦਰ ਦੀ ਮੋਦੀ ਸਰਕਾਰ ਹੈ ਦੇਸ਼ ਦੇ ਨੂੰ ਕੇਂਦਰ 'ਚ ਰੱਖਦੇ ਹੋਏ ਪ੍ਰਦੇਸ਼ ਨੂੰ ਕੇਂਦਰ 'ਚ ਰੱਖਦੇ ਹੋਏ ਕਿਸਾਨੀ ਨੂੰ ਕੇਂਦਰ 'ਚ ਰੱਖਦੇ ਹੋਏ ਇਹ ਨਹੀਂ ਅਸੀਂ ਵੋਟਾਂ ਲੈਣੀਆਂ ਵੋਟਾਂ ਨੂੰ ਕੇਂਦਰ 'ਚ ਨਹੀਂ ਰੱਖਣਾ ਕਿਸਾਨੀ ਨੂੰ ਕੇਂਦਰ 'ਚ ਰੱਖਦੇ ਹੋਏ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਸਮੱਸਿਆ ਦਾ ਹੱਲ ਹੋਣਾ ਹੈ ਅਕਸਰ ਅਸੀਂ ਚਰਚਾ ਕਰਦੇ ਹੁੰਨੇ ਆ ਕਿ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦਾ ਜਿਹੜਾ ਡੈਡਲੌਕ ਬਣਿਆ ਹੋਇਆ ਉਹ ਟੁੱਟਣ ਦਾ ਨਾਮ ਨਹੀਂ ਲੈ ਰਿਹਾ ਕੇਂਦਰ ਸਰਕਾਰ ਕਿਸਾਨਾਂ ਦੀ ਸਾਰ ਨਹੀਂ ਲੈ ਰਹੀ ਕਿਸਾਨ ਧਰਨੇ ਤੇ ਬੈਠੇ ਹੋਏ ਨੇ ਪਰ ਹੁਣ ਪੰਜਾਬ ਦੇ ਵਿੱਚ ਵੀ ਕਿਸਾਨ ਜਿਹੜੇ ਨੇ ਪੰਜਾਬ ਸਰਕਾਰ ਦੇ ਖਿਲਾਫ ਧਰਨੇ ਤੇ ਬੈਠੇ ਹੋਏ ਨੇ ਹਾਲਾਂਕਿ ਬੀਤੇ ਦਿਨ ਕਿਸਾਨਾਂ ਦੀ ਮੀਟਿੰਗ ਵੀ ਹੋਈ ਹੈ ਪੰਜਾਬ ਸਰਕਾਰ ਦੇ ਨਾਲ ਪਰ ਉਹ ਬੇਸਿੱਟਾ ਰਹੀ ਹੈ ਕਿਉਂ ਕਿਸਾਨ ਜਿਹੜੇ ਨੇ ਪੰਜਾਬ ਸਰਕਾਰ ਦੇ ਖਿਲਾਫ ਹੁਣ ਧਰਨੇ ਤੇ ਬੈਠੇ ਨੇ ਰੇਲਵੇ ਟਰੈਕ ਬੰਦ ਕਰਕੇ ਬੈਠੇ ਨੇ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਸਾਨ ਕਹਿੰਦੇ ਨੇ ਕਿ ਗੰਨੇ ਦਾ ਭਾਅ ਉਹਨਾਂ ਨੂੰ ਵਧਾ ਕੇ ਦੇਵੇ ਪੰਜਾਬ ਸਰਕਾਰ ਅਤੇ ਖੰਡ ਮਿੱਲਾਂ ਦੇ ਵੱਲੋਂ ਜਿਹੜਾ ਉਹਨਾਂ ਦਾ ਬਕਾਇਆ ਪਿਆ ਉਹ ਜਲਦ ਤੋਂ ਜਲਦ ਰਿਲੀਜ਼ ਕੀਤਾ ਜਾਵੇ ਕੱਲ ਮੀਟਿੰਗ ਵੀ ਹੋਈ ਹੈ ਪਰ ਉਹ ਬੇਸਿੱਟਾ ਰਹੀ ਹੈ ਤੇ ਕਿਸਾਨ ਜਿਹੜੇ ਨੇ ਹਜੇ ਵੀ ਧਰਨੇ ਤੇ ਬੈਠੇ ਨੇ ਲਗਾਤਾਰ ਆਪਾਂ ਭਾਜਪਾ ਵਾਲਿਆਂ ਨੂੰ ਦੋਸ਼ ਲਗਾਉਂਦੇ ਆ ਕਿ ਭਾਜਪਾ ਦੇ ਜਿਹੜੇ ਨੇਤਾ ਨੇ ਉਹ ਕਿਸਾਨਾਂ ਦੀ ਸਾਰ ਨਹੀਂ ਲੈਂਦੇ ਪਰ ਹੁਣ ਪੰਜਾਬ ਸਰਕਾਰ ਦੇ ਖਿਲਾਫ ਵੀ ਕਿਸਾਨ ਜਿਹੜੇ ਨੇ ਉਹ ਧਰਨੇ ਤੇ ਬੈਠ ਕੇ ਨੇ ਸਾਡੇ ਨਾਲ ਬੀਜੇਪੀ ਦੇ ਸੀਨੀਅਰ ਆਗੂ ਪ੍ਰਵੀਨ ਬੰਸਲ ਹੋਰੀ ਜੀ ਬੈਠੇ ਨੇ ਸਾਡੇ ਨਾਲ ਬੰਸਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੈ ਹਿੰਦ ਸਰ ਲਗਾਤਾਰ ਆਪਾਂ ਕਹਿੰਦੇ ਆ ਕਿ ਭਾਜਪਾ ਵਾਲੇ ਕਿਸਾਨਾਂ ਦੀ ਸਾਰ ਨਹੀਂ ਲੈਂਦੇ ਕਿਸਾਨਾਂ ਵੱਲ ਨਹੀਂ ਦੇਖਦੇ ਹੁਣ ਜਿਹੜੇ ਕਿਸਾਨ ਨੇ ਉਹ ਪੰਜਾਬ ਸਰਕਾਰ ਦੇ ਖਿਲਾਫ ਵੀ ਉਹਨਾਂ ਨੇ ਮੋਰਚਾ ਖੋਲ੍ਹ ਦਿੱਤਾ ਟਰੈਕ ਬੰਦ ਕਰਕੇ ਬੈਠੇ ਹੋਏ ਨੇ ਹਾਈਵੇ ਬੰਦ ਕਰਕੇ ਬੈਠੇ ਹੋਏ ਨੇ ਹੁਣ ਪੰਜਾਬ ਸਰਕਾਰ ਦਾ ਰੋਲ ਇਸ 'ਤੇ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਪੰਜਾਬ ਸਰਕਾਰ ਤਾਂ ਪਹਿਲੇ ਦਿਨ ਤੋਂ ਕਹਿ ਰਹੀ ਸੀ ਅਸੀਂ ਕਿਸਾਨਾਂ ਦੇ ਹਮਾਇਤੀ ਆ ਇਹ ਆ ਉਹ ਆ ਅਤੇ ਉਹਨਾਂ ਦੇ ਖਿਲਾਫ ਹੀ ਜਿਹੜੇ ਕਿਸਾਨ ਹੁਣ ਧਰਨਾ ਲਾ ਕੇ ਬੈਠੇ ਹੋਏ ਨੇ ਦੇਖੋ ਜੇ ਤੁਸੀਂ ਗਰਾਊਂਡ ਰਿਐਲਿਟੀ ਦੇਖੋ ਤਾਂ ਇੱਕ ਭਾਜਪਾ ਹੀ ਐਸੀ ਹੈ ਜਿਹੜੀ ਆਪਣੇ ਮੰਤਰ ਦੇ ਮੁਤਾਬਕ ਸਾਡਾ ਮੰਤਰ ਕੀ ਹੈ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਸਾਰਿਆਂ ਦੀ ਚਿੰਤਾ ਕਰਨਾ ਆਪਣੇ ਮੰਤਰ ਦੇ ਹਿਸਾਬ ਦੇ ਨਾਲ ਅੱਜ ਤੱਕ ਜਿਸ ਵਰਗ ਦੀ ਕਿਸੇ ਵੀ ਪਾਰਟੀ ਨੇ ਚਾਹੇ ਉਹ ਕੇਂਦਰ 'ਚ ਰਹੀ ਚਾਹੇ ਸਟੇਟ 'ਚ ਰਹੀ ਜਿਹਨੇ ਨਹੀਂ ਚਿੰਤਾ ਕੀਤੀ ਖਾਲੀ ਉਹਨਾਂ ਦੀਆਂ ਇਮੋਸ਼ਨਸ ਨੂੰ ਕੈਸ਼ ਕਰਵਾ ਕੇ ਰਾਜ ਕੀਤਾ ਜੇ ਉਹਨਾਂ ਦੀ ਗਰਾਊਂਡ ਰਿਐਲਿਟੀ ਚਿੰਤਾ ਕੀਤੀ ਹੈ ਤਾਂ ਕੇਂਦਰ ਦੀ ਮੋਦੀ ਸਰਕਾਰ ਹੈ ਅਸੀਂ ਆਉਂਦੇ ਹੀ ਦੇਖੋ ਜਿਹੜੀ ਕਿਸਾਨੀ ਹੈ ਉਹ ਇਸ ਦੇਸ਼ ਦੀ ਬੈਕਬੋਨ ਹੈ ਸਾਡਾ ਫਾਈਨੈਂਸ਼ੀਅਲ ਸਰਕਲ ਸਾਡਾ ਇਕਨੋਮਿਕ ਸੈਟਅਪ ਸਾਰਾ ਜਿਹੜਾ ਹੈਗਾ ਉਹ ਕਿਸਾਨੀ ਤੇ ਡਿਪੈਂਡ ਕਰਦਾ ਤਾਂ ਆਉਂਦੇ ਹੀ
ਇੱਕ ਅਨਾਉਂਸਮੈਂਟ ਕੀਤੀ ਸਾਡੀ ਸਰਕਾਰ ਨੇ ਵੀ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ। ਜੀ, ਉਹਨੂੰ ਡਿਫਰੈਂਟ ਸਟੈਪਸ 'ਚ ਜਿੱਥੇ ਜਿੱਥੇ ਉਹਨਾਂ ਨੂੰ ਦਿੱਕਤਾਂ ਸੀਗੀਆਂ ਉਹ ਦਿੱਕਤਾਂ ਦਾ ਹੱਲ ਕੀਤਾ, ਚਾਹੇ ਉਹ ਯੂਰੀਆ ਦੀ ਦਿੱਕਤ ਸੀ, ਸੋਇਲ ਟੈਸਟਿੰਗ ਦੀ ਸੀ, ਬੀਮਾ ਦੀ ਸੀ, ਉਹਨਾਂ ਨੂੰ ਮਾਨ ਸਨਮਾਨ ਦੇਣ ਦੀ ਸੀ। ਉਹਦੇ ਨਾਲ ਨਾਲ ਜਿਹੜੀਆਂ ਪਾਲਿਸੀਆਂ 'ਚ ਅਮੈਂਡਮੈਂਟ ਚਾਹੀਦੀ ਸੀ, ਜਿਹੜਾ ਉਹਨਾਂ ਨੂੰ ਇੱਕ ਮੱਕੜ ਦੇ ਜਾਲ 'ਚ ਜਕੜਿਆ ਹੋਇਆ ਸੀ, ਉਸ ਤੋਂ ਆਜ਼ਾਦ ਕਰਨ ਦੀ, ਜਿੱਦਾਂ ਬਾਕੀ ਵਪਾਰ ਨੂੰ ਦੇਸ਼ ਵਿਦੇਸ਼ ਦੀਆਂ ਮੰਡੀਆਂ ਦੀ ਖੁੱਲ੍ਹ ਸੀਗੀ, ਉਹ ਖੁੱਲ੍ਹ ਦਾ ਜਿਹੜਾ ਕੰਮ ਹੈ ਉਹ ਆਦਰਨੀय ਮੋਦੀ ਸਾਹਿਬ ਨੇ, ਕੇਂਦਰ ਸਰਕਾਰ ਨੇ ਕੀਤਾ। ਔਰ ਜਿਹੜੀ ਪਾਰਟੀ, ਜਿਹੜੀ ਤੁਸੀਂ ਗੱਲ ਕਰਦੇ ਹੋ ਪੰਜਾਬ ਸਰਕਾਰ, ਕੈਪਟਨ ਸਰਕਾਰ ਜਾਂ ਕਾਂਗਰਸ ਸਰਕਾਰ, ਕੇਂਦਰ 'ਚ ਵੀ ਤੇ ਸਟੇਟ 'ਚ ਵੀ ਜਿਹੜੀ ਅੱਡੀਆਂ ਚੱਕ ਇਹ ਕਹਿੰਦੇ ਸੀ ਵੀ ਭਾਜਪਾ ਨੇ ਖਿਲਾਫ ਕੀਤਾ, ਭਾਜਪਾ ਨੇ ਮਾੜਾ ਕੀਤਾ, ਭਾਜਪਾ ਨੇ ਉਹ ਕੀਤਾ, ਅੱਜ ਉਹਨਾਂ ਦੇ ਖਿਲਾਫ ਵੀ ਉਹਨਾਂ ਹੀ ਕਿਸਾਨਾਂ ਨੇ ਧਰਨਾ ਲਾਇਆ ਹੋਇਆ। ਇਹ ਪ੍ਰੂਵ ਕਰਦਾ ਹੈ ਵੀ ਪਹਿਲਾਂ ਦੀਆਂ ਪਾਲਿਸੀਆਂ 'ਚ ਕਿਤੇ ਨਾ ਕਿਤੇ ਖਾਮੀ ਸੀ, ਤਾਂ ਹੀ ਕੇਂਦਰ ਦੀ ਸਰਕਾਰ ਨੇ ਡਿਫਰੈਂਟ ਪਾਰਟੀਆਂ, ਡਿਫਰੈਂਟ ਐਕਸਪਰਟਾਈਜ਼ ਤੇ ਕਿਸਾਨਾਂ ਦੇ ਲੀਡਰਾਂ ਨਾਲ ਤੇ ਬਾਕੀ ਜਿਹੜੇ ਕਮਿਸ਼ਨਸ ਬਣੇ ਸੀਗੇ ਸਾਰਿਆਂ ਦੀ ਜੋ ਵੀ ਇੱਕ ਖਰੜਾ ਤਿਆਰ ਕੀਤਾ, ਉਹਦੇ ਹਿਸਾਬ ਨਾਲ ਇਹ ਜਿਹੜੇ ਕਾਨੂੰਨ ਜਿਹੜੇ ਲਾਗੂ ਕੀਤੇ ਸੀਗੇ। ਲੇਕਿਨ ਉਦੋਂ ਇਹਨਾਂ ਨੇ ਕਾਂਗਰਸ ਨੇ ਉਦੋਂ ਖਰਾਬ ਕੀਤਾ, ਇਸ ਅੰਦੋਲਨ ਨੂੰ ਹਵਾ ਦੇਣ ਦੀ ਕੋਸ਼ਿਸ਼ ਕੀਤੀ। ਅੱਜ ਤੁਹਾਡੇ ਸਾਹਮਣੇ ਹੈ, ਉਹਨਾਂ ਨੇ ਵੀ ਜੇ ਇਹ ਪਿਛਲੀਆਂ ਜਿਹੜੀਆਂ ਪਾਲਿਸੀਆਂ ਠੀਕ ਹੁੰਦੀਆਂ ਤਾਂ ਅੱਜ ਧਰਨਾ ਕਿਉਂ ਲੱਗਦਾ। ਅਗਲੀ ਗੱਲ, ਜੇ ਉਹਨਾਂ ਕੇ MSP ਗੰਨੇ ਉਹ ਰੇਟ ਵਧਾਉਣ ਨੂੰ ਕਹਿੰਦੇ ਆ ਗੰਨੇ ਦੀ, ਤੇ ਕੇਂਦਰ ਸਰਕਾਰ ਨੇ ਤਾਂ MSP ਕਈਆਂ 'ਚ 1.5 ਕਰਤੀ, 1.5 ਤੋਂ ਵੀ ਵੱਧ ਕੀਤੀ। MSP ਸੀਗੀ, MSP ਹੈ, MSP ਰਹੇਗੀ, ਉਹਨਾਂ ਨੂੰ ਉਲਟਾ ਮਜ਼ਬੂਤੀ ਦਿੱਤੀ। ਸਾਡਾ ਸਿਰਫ ਇਹ ਕਹਿਣਾ ਹੈ ਵੀ ਜਿਸ ਟਾਈਮ ਅਸੀਂ ਕਿਸੇ ਸਮੱਸਿਆ ਨੂੰ ਬਜਾਏ ਰਾਜਨੀਤਿਕ ਦੇਖਣ ਦੇ ਕਲੈਕਟਿਵਲੀ ਦੇਖ ਕੇ ਦੇਸ਼ ਦੇ ਨੂੰ ਕੇਂਦਰ 'ਚ ਰੱਖਦੇ ਹੋਏ, ਪ੍ਰਦੇਸ਼ ਨੂੰ ਕੇਂਦਰ 'ਚ ਰੱਖਦੇ ਹੋਏ, ਕਿਸਾਨੀ ਨੂੰ ਕੇਂਦਰ 'ਚ ਰੱਖਦੇ ਹੋਏ, ਇਹ ਨਹੀਂ ਅਸੀਂ ਵੋਟਾਂ ਲੈਣੀਆਂ, ਵੋਟਾਂ ਨੂੰ ਕੇਂਦਰ 'ਚ ਨਹੀਂ ਰੱਖਣਾ, ਕਿਸਾਨੀ ਨੂੰ ਕੇਂਦਰ 'ਚ ਰੱਖਦੇ ਹੋਏ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਸਮੱਸਿਆ ਦਾ ਹੱਲ ਹੋਣਾ ਹੈ। ਸਾਨੂੰ ਸਭ ਨੂੰ ਕਲੈਕਟਿਵਲੀ ਜਿੱਥੇ ਜਿੱਥੇ ਲੋੜ ਹੈ, ਜੇ ਇੱਕ ਆਮ ਵਪਾਰੀ ਬਿਜ਼ਨਸ ਕਰਦਾ ਹੋਇਆ ਕਰੋੜਪਤੀ ਬਣ ਸਕਦਾ ਹੈ, ਦੁਨੀਆ 'ਚ ਆਪਣਾ ਨਾਮ ਕਮਾ ਸਕਦਾ ਹੈ, ਤਾਂ ਕਿਸਾਨ ਕਿਉਂ ਨਹੀਂ ਕਰ ਸਕਦਾ। ਸੋ ਜੋ ਕੈਪਟਨ ਸਰਕਾਰ, ਜੋ ਕਾਂਗਰਸ ਸਰਕਾਰ ਜਿਹੜਾ ਲਾਹਾ ਲੈਣ ਦੀ ਕੋਸ਼ਿਸ਼ ਕਰਦੀ ਸੀ, ਅੱਜ ਉਹਨਾਂ ਦੇ ਪਿਕਚਰ ਸਾਰੀ ਸਾਹਮਣੇ। ਪਰ ਯੂਪੀ ਦੇ ਵਿੱਚ ਵੀ ਤਾਂ ਯੋਗੀ ਸਰਕਾਰ ਦੇ ਖਿਲਾਫ ਜਿਹੜੇ ਗੰਨਾ ਉਤਪਾਦਨ ਵਾਲੇ ਕਿਸਾਨ ਨੇ ਉਹ ਵੀ ਬੈਠੇ ਹੋਏ ਨੇ ਨਾ, ਉਹ ਵੀ ਕਹਿੰਦੇ ਨੇ ਕਿ ਸਾਨੂੰ ਬਕਾਇਆ ਨਹੀਂ ਮਿਲ ਰਿਹਾ ਖੰਡ ਮਿਲਾਂ ਤੋਂ। ਟਕੈਤ ਸਾਹਿਬ ਹੋਰੀ ਉੱਥੇ ਅਗਵਾਈ ਕਰ ਰਹੇ ਨੇ ਉੱਥੇ। ਟਕੈਤ ਸਾਹਿਬ ਤੇ ਉਹਨਾਂ ਉਹ ਕੀ ਬੋਲ ਰਹੇ ਆ ਅੱਜ, ਉਹਨਾਂ ਦੇ ਫਾਦਰ ਪਹਿਲਾਂ ਕੀ ਬੋਲਦੇ ਸੀਗੇ, ਜੇ ਤਾਂ ਕਦੇ ਕੰਪੈਰੀਜ਼ਨ ਕਰੀਏ। ਉਹ ਤਾਂ ਉਹਨਾਂ ਦਾ ਟਕੈਤ ਸਾਹਿਬ ਦਾ ਗੰਗਾ ਰਹੇ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ। ਉਹਨਾਂ ਨੂੰ ਕਿਸਾਨਾਂ ਦਾ ਕੁਝ ਨਹੀਂ ਹੈਗਾ, ਹੁਣ ਤਾਂ ਆਪਣੀ ਲੀਡਰੀ ਤੋਂ ਹੈ। ਤਾਂ ਅੱਜ ਯੂਪੀ ਦਾ ਦੇਖੋ ਕਿੰਨੇ ਕੁ ਯੋਗੀ ਸਰਕਾਰ ਨੇ ਤਾਂ ਬਿਲਕੁਲ ਇੱਕ ਮਾਰਬਲਸ ਕੰਮ ਕੀਤਾ। ਲੇਕਿਨ ਠੀਕ ਹੈ, ਕਿਤੇ ਥੋੜਾ ਮੋਟਾ ਹੈਗਾ, ਉਹ ਚੀਜ਼ਾਂ ਐਡਰੈਸ ਹੋ ਰਹੀਆਂ। ਤੇ ਹੁਣ ਦਿੱਲੀ 'ਚ ਜਿਹੜੇ ਕਿਸਾਨ ਬੈਠੇ ਨੇ ਉਹਨਾਂ ਦਾ ਡੈਡਲੌਕ ਕੀ ਲੱਗਦਾ ਤੁਹਾਨੂੰ, ਕੀ ਟੁੱਟੂਗਾ ਉਹ? ਕਿਉਂ ਨਹੀਂ ਗੱਲਬਾਤ ਜਿਹੜੀ ਆ ਉਹ ਅੱਗੇ ਵੱਧ ਪਾ ਰਹੀ ਕਿਸਾਨਾਂ ਦੇ ਨਾਲ ਸਰਕਾਰ ਦੀ? ਦੇਖੋ ਡੈਡਲੌਕ ਬਿਲਕੁਲ ਟੁੱਟੂਗਾ। ਕੁਝ ਦਿਨ ਹੋ ਗਏ ਪਹਿਲਾਂ ਵੀ ਮੋਦੀ ਸਾਹਿਬ ਨੇ ਵੀ ਕਿਹਾ ਸੀਗਾ, ਔਰ ਸਾਡੇ ਕ੍ਰਿਸ਼ੀ ਮੰਤਰੀ ਨਰਿੰਦਰ ਤੋਮਰ ਜੀ ਨੇ ਵੀ ਕਿਹਾ ਸੀਗਾ ਵੀ ਮੋਦੀ ਸਾਹਿਬ ਨੇ ਸਾਫ਼ ਕਿਹਾ ਵੀ ਅਸੀਂ ਇੱਕ ਫੋਨ ਤੋਂ ਦੂਰ ਆ, ਔਰ ਤੋਮਰ ਸਾਹਿਬ ਨੇ ਕਿਹਾ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ, ਕੋਈ ਕੰਕਰੀਟ ਜਾਂ ਕੋਈ ਸੋਲਿਡ ਜਾਂ ਕੋਈ ਆਪਣਾ ਪ੍ਰਪੋਜ਼ਲ ਲਿਆਓ, ਆਪਾਂ ਡਿਸਕਸ ਕਰ ਲੈਂਦੇ ਹਾਂ। ਉਹ ਤਿਆਰ ਹੈ, ਉਹ ਤਾਂ ਬੈਠੇ ਹੈ। ਕਿਸਾਨ ਕਹਿੰਦੇ ਕਿ ਸ਼ਰਤਾਂ ਨਾ ਲਗਾਓ ਨਾ, ਵੀ ਇਹਨਾਂ ਸ਼ਰਤਾਂ ਤੇ ਗੱਲਬਾਤ ਹੋਊਗੀ, ਸ਼ਰਤਾਂ ਤੁਸੀਂ ਖੁੱਲੇ ਦਿਲ ਨਾਲ ਬੁਲਾਓ ਸਾਨੂੰ, ਅਸੀਂ ਆਉਣ ਨੂੰ ਤਿਆਰ ਆ। ਇਸ ਤੋਂ ਜ਼ਿਆਦਾ ਖੁੱਲਾ ਦਿਲ ਦੋਸਤ ਕੀ ਹੋਏਗਾ। ਉਹ ਕਹਿੰਦੇ 1.5 ਸਾਲ ਲਈ ਕਹਿੰਦੇ ਪ੍ਰਪੋਜ਼ਲ ਹੁਣ ਸਰਕਾਰ ਨੇ ਦੇਣਾ, ਅਸੀਂ ਆਪਣੇ ਦੇ ਚੁੱਕੇ ਆ। ਨਹੀਂ, ਕਿਆ ਪ੍ਰਪੋਜ਼ਲ ਦਿੱਤੀ? ਰੱਦ ਕਰੋ, ਪ੍ਰਪੋਜ਼ਲ ਹੈ ਹੀ ਨਹੀਂ ਕੋਈ। ਉਹ ਤਾਂ ਕਹਿ ਰਹੇ ਨਾ, ਦੇਖੋ ਕਿੰਨੇ ਠੰਡੇ ਦਿਮਾਗ ਨਾਲ, ਕਿੰਨੀ ਹੰਬਲਨੈਸ ਨਾਲ, ਔਰ ਕਿੰਨੀ ਕੰਪਰੋਮਾਈਜ਼ਿੰਗ ਗੱਲਬਾਤ ਨਾਲ ਤੁਸੀਂ ਦੇਖੋ ਹਰ ਵੱਲ ਮੰਤਰੀ ਬੈਠਦੇ ਰਹੇ ਆ। 1.5 ਸਾਲ ਲਈ ਕਾਨੂੰਨ ਵੀ ਮੁਲਤਵੀ ਹੋਣ ਦਾ ਜਿਹੜਾ ਹੈਗਾ ਪ੍ਰਪੋਜ਼ਲ ਆਉਂਦੀ ਰਹੀ ਹੈ। ਤੇ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਸਾਨੂੰ ਇਹਨੂੰ ਦੇਸ਼ ਦੇ ਹਿਸਾਬ ਨਾਲ ਸੋਚ ਕੇ ਇਹ ਫੈਸਲਾ ਲੈਣਾ ਚਾਹੀਦਾ, ਔਰ ਕੇਂਦਰ ਸਰਕਾਰ ਤਿਆਰ ਹੈ। ਮਤਲਬ ਪਰ ਕਿਸਾਨ ਕਹਿੰਦੇ ਨੇ ਕੇਂਦਰ ਸਰਕਾਰ ਬੁਲਾ ਹੀ ਨਹੀਂ ਰਹੀ ਸਾਨੂੰ, ਅਸੀਂ ਤਾਂ ਤਿਆਰ ਬੈਠੇ। 11 ਵਾਰ ਕੇਂਦਰ ਸਰਕਾਰ ਸਾਰਾ ਦਿਨ ਲੱਗੀ ਰਹੀ, 6 ਮੰਤਰੀ ਬੈਠੇ ਰਹੇ, 4 ਮੰਤਰੀ ਹੁਣ ਪਰਸਨਲੀ ਤੌਰ ਤੇ ਸਾਰੀਆਂ ਗੱਲਾਂ ਸੁਣਦੇ ਰਹੇ, ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਮੈਨੂੰ ਲੱਗਦਾ ਕਿਤੇ ਉਹਨਾਂ ਦੀ ਕੋਈ ਕਮੀ ਨਹੀਂ ਹੈਗੀ। ਫਿਰ ਵੀ ਕੇਂਦਰ ਸਰਕਾਰ ਮੰਤਰੀ ਸਾਹਿਬ ਫਿਰ ਕਹਿ ਰਹੇ ਵੀ ਵੈਲਕਮ,
ਆਓ ਗੱਲਬਾਤ ਕਰੀਏ। ਤੇ ਉਹਦਾ ਮੈਨੂੰ ਲੱਗਦਾ ਕਿ ਉਹਦਾ ਜਲਦੀ ਨਿਪਟਾਰਾ ਹੁਣ ਹੋ ਜਾਏਗਾ। ਹਾਂ, ਤੇ ਪੰਜਾਬ 'ਚ ਜਿਹੜੇ ਹੁਣ ਕਿਸਾਨ ਕੈਪਟਨ ਸਰਕਾਰ ਦੇ ਖਿਲਾਫ ਬੈਠੇ ਨੇ ਉਹਨਾਂ ਦੇ ਨਾਲ ਨਹੀਂ ਤੁਸੀਂ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ? ਬਿਲਕੁਲ, ਦੇਖੋ ਬਣਦਾ ਹੱਕ ਕਿਸਾਨਾਂ ਨੂੰ ਮਿਲਣਾ ਚਾਹੀਦਾ। ਅੱਜ ਗੰਨਾ ਮਿਲਾਂ ਦੀਆਂ ਕੰਨੀ ਜਿਹੜੀਆਂ ਪੇਮੈਂਟ ਹੈਗੀਆਂ, ਗੰਨੇ ਦੇ ਜਿਹੜੇ ਰੇਟ ਹੈ, ਕਿਸਾਨਾਂ ਨੂੰ ਹੱਕ ਉਹਨਾਂ ਦਾ ਮਿਲਣਾ ਚਾਹੀਦਾ। ਅਸੀਂ ਪਹਿਲਾਂ ਵੀ ਦੇਖੋ ਅਸੀਂ ਕੀ ਕਰਦੇ, ਅਸੀਂ ਪਹਿਲਾਂ ਵੀ ਕਿਸਾਨਾਂ ਦੇ ਨਾਲ ਸੀ, ਹੁਣ ਵੀ ਕਿਸਾਨਾਂ ਦੇ ਨਾਲ ਆ, ਅੱਗੇ ਵੀ ਕਿਸਾਨਾਂ ਦੇ ਨਾਲ ਰਵਾਂਗੇ। ਕਿਉਂ? ਕਿਸਾਨ ਸਾਡੇ ਆ, ਅਸੀਂ ਉਹਨਾਂ ਚੋਂ ਆ, ਠੀਕ ਹੈ ਨਾ। ਲੇਕਿਨ ਹਰ ਇੱਕ ਦਾ ਆਪਣਾ ਤਰੀਕਾ ਹੈ। ਜੇ ਦੂਸਰੇ ਕਿਸੇ ਨੂੰ ਭੜਕਾਉਣ ਦੀ ਕੋਸ਼ਿਸ਼ ਕਰਨਗੇ ਜਾਂ ਗਲਤ ਚੀਜ਼ਾਂ ਨੂੰ ਉੱਥੇ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰਨਗੇ, ਉਸਦਾ ਤਾਂ ਕੋਈ ਹੱਲ ਨਹੀਂ ਹੈਗਾ। ਦੇਖੋ ਸਾਡੇ ਮੰਤਰੀ ਸਾਫ਼ ਕਹਿੰਦੇ ਆ ਜਿਹੜੇ 3 ਕਾਨੂੰਨ, ਉਹ ਕਹਿੰਦੇ ਕਾਲੇ ਕਾਨੂੰਨ ਹੈ। ਉਹ ਕਹਿੰਦੇ 3 ਕਾਨੂੰਨਾਂ 'ਚ ਕਾਲਾ ਕਿਹੜਾ ਕਾਨੂੰਨ ਹੈ, ਕਾਲੀ ਲਾਈਨ ਕਿਹੜੀ ਹੈ, ਕਾਲੀ ਧਾਰਾ ਕਿਹੜੀ ਹੈ, ਕਾਲਾ ਸ਼ਬਦ ਕਿਹੜਾ ਹੈ, ਉਹ ਆਪਾਂ ਕੱਢ ਦਿੰਦੇ ਆ। ਅੱਜ ਤੱਕ ਕੋਈ ਉਹ ਦੱਸ ਨਹੀਂ ਸਕਿਆ। ਕਿਸਾਨ ਕਹਿੰਦੇ ਅਸੀਂ ਬਹੁਤ ਵਾਰੀ ਦੱਸਿਆ, ਉੱਥੇ ਤੁਸੀਂ ਪੁੱਛ ਕੇ ਦੱਸ ਦਿਓ। ਆਫਟਰ ਆਲ ਤੁਹਾਡਾ ਚੈਨਲ ਹੈ, ਰਿਪੋਰਟਡ ਚੈਨਲ ਹੈ, ਵਰਲਡ ਵਾਈਡ ਚੱਲਦਾ। ਤੁਹਾਨੂੰ ਆਫਰ ਦਿੰਦਾ, ਤੁਸੀਂ ਦੱਸ ਦਿਓ, ਮੈਂ ਅੱਗੇ ਪਹੁੰਚਾ ਦਾਂਗਾ। ਨਹੀਂ, ਕਿਸਾਨ ਕਹਿੰਦੇ ਇਸ ਤਾਂ ਉੱਥੇ ਸਿੱਧਾ ਮੰਤਰੀ ਨੂੰ ਦੱਸਿਆ ਵੀ ਆਹ ਚੀਜ਼ ਇੱਥੇ ਕਾਲੀ ਆ। ਪਤਾ ਕੀ ਚੀਜ਼ ਆ, ਆਪਾਂ ਨਾ ਕਈ ਚੀਜ਼ਾਂ ਅੱਜ ਤਾਂ ਉਹਦਾ ਇੰਟਰਨੈਟ ਦਾ ਜ਼ਮਾਨਾ, 1 ਸੈਕਿੰਡ 'ਚ ਗੱਲ ਪੂਰੇ ਵਰਲਡ 'ਚ ਪਹੁੰਚ ਜਾਂਦੀ ਹੈ। ਲਿਆਓ, ਅਸੀਂ ਅੱਗੇ ਪ੍ਰਪੋਜ਼ਲ ਦੇਵਾਂਗੇ, ਲਿਆਓ ਵੀ ਆਹ ਕਾਲ ਹੈ ਜੀ, ਦੇ ਦਿੰਦੇ ਆ, ਲਿਆਓ। ਚਲੋ ਆਪਾਂ ਜੇ ਹੁਣ ਪੰਜਾਬ ਦੀ ਗੱਲ ਕਰੀਏ, ਚੋਣਾਂ ਬਹੁਤ ਨੇੜੇ, ਹਰੇਕ ਪਾਰਟੀ ਵਾਅਦੇ ਕਰ ਰਹੀ ਹੈ ਕੋਈ ਨਾ ਕੋਈ। ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਮਹੀਨੇ ਦਾ 300 ਯੂਨਿਟ ਅਸੀਂ ਫ੍ਰੀ ਦੇਵਾਂਗੇ। ਅਕਾਲੀ ਦਲ ਕਹਿ ਦਿੰਦਾ ਵੀ 400 ਯੂਨਿਟ ਦੇਵਾਂਗੇ। ਕਾਂਗਰਸ ਕਹਿ ਦਿੰਦੀ ਹੈ, ਨਵਜੋਤ ਸਿੰਘ ਸਿੱਧੂ, ਸਾਡੀ ਜੇ ਦੁਬਾਰਾ ਸਰਕਾਰ ਆਏਗੀ ਤਾਂ ਅਸੀਂ 3 ਰੁਪਏ ਯੂਨਿਟ ਕਰ ਦਾਂਗੇ ਬਿਜਲੀ। ਬੀਜੇਪੀ ਦਾ ਕੋਈ ਐਲਾਨ ਨਹੀਂ ਹਜੇ ਤੱਕ ਆ ਰਿਹਾ ਕਿ ਬੀਜੇਪੀ ਹਜੇ ਤਿਆਰ ਨਹੀਂ ਹੋਈ ਪੰਜਾਬ 'ਚ ਇਲੈਕਸ਼ਨ ਲੜਨ ਨੂੰ। ਲੋਕਾਂ ਦੇ ਵਿੱਚ ਕੋਈ ਚੋਣ ਵਾਅਦੇ ਲੈ ਕੇ ਨਹੀਂ ਹਜੇ ਤੱਕ ਉਤਰ ਰਹੀ। ਬਿਲਕੁਲ ਠੀਕ ਹੈ, ਅਸੀਂ ਚੋਣ ਵਾਅਦੇ ਲਾ ਕੇ ਨਹੀਂ ਉਤਰ ਰਹੇ, ਕਿਉਂਕਿ ਇਹਨਾਂ 'ਚ ਆਪਸ 'ਚ ਬੋਲੀ ਲੱਗੀ ਹੋਈ ਹੈ। ਹਾਲੇ ਉਹ ਕਹਿੰਦਾ 200 ਰੁਪਇਆ, ਕੋਈ ਕਹਿੰਦਾ 300 ਰੁਪਇਆ, ਕਹਿੰਦਾ 350 ਰੁਪਇਆ। ਜਿਹੜੇ ਬੰਦੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾ ਸਕਦੇ ਆ ਤੇ ਸਾਰੇ ਵਾਅਦਿਆਂ ਤੋਂ ਮੁੱਕਰ ਸਕਦੇ ਆ, ਉਹਨਾਂ ਦੀ ਕੀ ਕ੍ਰੈਡੀਬਿਲਿਟੀ ਹੈ, ਉਹਨਾਂ ਦੀ ਕੀ ਰਿਲਾਇਬਿਲਿਟੀ ਹੈ। ਦੂਸਰੀ ਗੱਲ, ਹੁਣ ਜਿਹੜੇ ਇਹਨਾਂ ਦੇ ਪ੍ਰਧਾਨ ਹੈ ਕਾਂਗਰਸ ਦੇ, ਸਿੱਧੂ ਸਾਹਿਬ, ਉਹ ਕਹਿੰਦੇ ਸਾਡੀ ਸਰਕਾਰ ਆਏਗੀ ਤੇ 3 ਰੁਪਏ ਯੂਨਿਟ ਕਰ ਲਾਂਗੇ। ਉਹਨੂੰ ਭਾਈ ਕੋਈ ਪੁੱਛੇ ਵੀ ਹੁਣ ਕਿਹਦੀ ਸਰਕਾਰ ਹੈ, ਕਿਆ ਇਹ ਪਤਾ ਨਹੀਂ ਜਨਤਾ ਨੂੰ ਕੀ ਸਮਝਦੇ ਹੈ, ਕਿਆ ਜਨਤਾ ਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ। ਅਕਾਲੀ ਦਲ ਵੀ ਉਹਨਾਂ ਲੀਆਂ ਤੇ ਤੁਰ ਪਿਆ। ਆਪ ਦਾ ਤਾਂ ਦਿੱਲੀ ਜਾ ਕੇ ਤੁਸੀਂ ਦੇਖ ਲਓ, ਉਹ ਕਹਿੰਦੇ ਘਰ ਘਰ ਪਾਣੀ ਪਹੁੰਚਾ ਦਾਂਗਾ, ਜੇ ਘਰ ਘਰ ਉਹ ਕਾਰਾਂ ਡੁੱਬੀਆਂ ਹੋਈਆਂ ਪਾਣੀ ਵਿੱਚ। ਸੋ ਗੱਲ ਇਹ ਹੈ, ਇਹ ਸਭ ਲਾ ਰਹੇ ਆ। ਅਸੀਂ ਬਿਲਕੁਲ ਹੀ ਲਾਰਾ ਲਾਣਾ, ਅਸੀਂ ਜੋ ਕਵਾਂਗੇ ਉਹ ਕਰਕੇ ਦਿਖਾਵਾਂਗੇ। ਅਸੀਂ ਕੰਕਰੀਟ ਜੋ ਅਸੀਂ ਕਰ ਸਕਦੇ ਹਾਂ, ਅਸੀਂ ਉਸ ਤੇ ਖੋਜ ਉਹ ਕਰ ਰਹੇ ਹਾਂ, ਅਸੀਂ ਆਪਣਾ ਖਰੜਾ ਤਿਆਰ ਕਰ ਰਹੇ ਹਾਂ ਅਸੀਂ। ਔਰ ਉਸ ਤੋਂ ਪਹਿਲਾਂ ਅਸੀਂ ਆਪਣਾ ਬੂਥ ਲੈਵਲ ਤੱਕ, ਗਰਾਊਂਡ ਲੈਵਲ ਤੱਕ ਆਪਣਾ ਜਿਹੜਾ ਨੈਟਵਰਕ ਅਸੀਂ ਉਹਨੂੰ ਤਿਆਰ ਕਰ ਰਹੇ ਹਾਂ 117 ਦੀਆਂ ਸੀਟਾਂ ਦੀ ਲੜਨ। ਵੈਸੇ ਭਾਜਪਾ ਦੇ ਮੁੱਖ ਮੁੱਦੇ ਕੀ ਰਹਿਣਗੇ ਪੰਜਾਬ ਦੇ ਵਿੱਚ, ਕਿਉਂਕਿ ਹਰੇਕ ਸਟੇਟ ਦੇ ਅਲੱਗ ਮੁੱਦੇ ਹੁੰਦੇ ਨੇ, ਪੰਜਾਬ ਦੇ ਵਿੱਚ ਭਾਜਪਾ ਦੇ ਮੁੱਦੇ ਮੇਨ ਕੀ ਰਹਿਣਗੇ? ਦੇਖੋ, ਭਾਰਤੀ ਜਨਤਾ ਪਾਰਟੀ ਹੈ। ਭਾਰਤੀ ਜਨਤਾ ਪਾਰਟੀ ਦਾ ਮਤਲਬ ਹੈ ਭਾਰਤ, ਫਿਰ ਜਨਤਾ, ਫਿਰ ਪਾਰਟੀ। ਸਾਡੇ 'ਚ ਮੈਂ ਦਾ ਕਿਤੇ ਸਥਾਨ ਨਹੀਂ। ਸਾਡਾ ਤਾਂ ਮੁੱਦਾ ਹੁੰਦਾ ਹੈ ਦੇਸ਼ ਵਾਸਤੇ, ਦੇਸ਼ ਦੀ ਸਿਕਿਉਰਿਟੀ ਵਾਸਤੇ, ਇੰਟਰਨਲ ਸਿਕਿਉਰਿਟੀ, ਐਕਸਟਰਨਲ ਸਿਕਿਉਰਿਟੀ ਹੈ ਜਨਤਾ ਵਾਸਤੇ, ਜਨਤਾ ਦੀਆਂ ਕਿਆ ਸਮੱਸਿਆਵਾਂ, ਠੀਕ ਹੈ, ਅਸੀਂ ਉਹਨਾਂ ਦੀ ਚਿੰਤਾ ਕਰਦੇ ਹਾਂ। ਸਾਡਾ ਮੁੱਦਾ ਚਾਹੇ ਗੁਜਰਾਤ 'ਚ ਹੋਵੇ, ਸਾਡਾ ਅਸੀਂ ਇਲੈਕਸ਼ਨ ਚਾਹੇ ਬੰਗਾਲ 'ਚ ਲੜੀਏ, ਅਸੀਂ ਚਾਹੇ ਪੰਜਾਬ 'ਚ ਵਿਚਰਦੇ, ਪੰਜਾਬ ਦੇ ਲੋਕਾਂ ਚਾਹੇ ਅਸਾਮ 'ਚ ਲੜੀਏ, ਚਾਹੇ ਅਸੀਂ ਪੰਜਾਬ 'ਚ, ਸਾਡਾ ਮੁੱਦਾ ਵਿਕਾਸ ਹੀ ਰਹੇਗਾ। ਸਾਡਾ ਮੁੱਦਾ ਇੰਟਰਨਲ ਸਿਕਿਉਰਿਟੀ ਰਹੇਗੀ। ਸਾਡਾ ਮੁੱਦਾ ਦੇਸ਼ ਦੀ ਜਨਤਾ ਦੀਆਂ ਮੁੱਢਲੀਆਂ ਸਮੱਸਿਆਵਾਂ ਰਹਿਣਗੀਆਂ। ਸਾਡਾ ਮੁੱਦਾ ਅੰਤੋਦੈ, ਆਮ ਆਦਮੀ ਦੀ ਸਮੱਸਿਆ ਵੀ ਹੱਲ ਕਿਸ ਤਰ੍ਹਾਂ ਹੁੰਦੀ ਹੈ, ਸਾਡੇ ਮੁੱਦੇ ਉਹੀ ਰਹਿਣਗੇ। ਸਾਡਾ ਕੋਈ ਜਾਤੀ ਦਾ ਮੁੱਦਾ, ਕੋਈ ਧਰਮ ਦਾ ਮੁੱਦਾ, ਕੋਈ ਸਾਡਾ ਮੁੱਦਾ ਐਸੇ ਕੋਈ ਨਹੀਂ ਰਹਿਣਗੇ। ਸਾਡਾ ਮੁੱਦਾ ਬਿਲਕੁਲ ਸਟ੍ਰੇਟ ਫਾਰਵਰਡ, ਕ੍ਰਿਸਟਲ ਕਲੀਅਰ ਹੋਏਗਾ। ਤੇ ਜਿਸ ਤਰ੍ਹਾਂ ਹੁਣ ਤੁਹਾਡੀ ਆਪਣੀ ਪਾਰਟੀ 'ਚ ਵੀ ਮੁਸ਼ਕਲਾਂ ਚੱਲ ਰਹੀਆਂ, ਕਈ ਆਗੂ ਜਿਹੜੇ ਨੇ ਉਹ ਛੱਡ ਕੇ ਅਕਾਲੀ ਦਲ ਵੱਲ ਜਾ ਰਹੇ, ਉਹਨਾਂ ਦੇ ਬਾਰੇ ਕੀ ਕਹੋਗੇ? ਦੇਖੋ, ਕੋਈ ਵੀ ਪਾਰਟੀ ਚੋਂ ਛੱਡ ਕੇ ਕੋਈ ਵੀ ਬੰਦਾ ਕਿਤੇ ਜਾਂਦਾ ਹੈ, ਪਾਰਟੀ ਤੋਂ ਲੀਡਰ ਕੋਈ ਜਾਂਦਾ ਹੈ, ਇਹ ਉਸਦੇ ਕਿਰਦਾਰ ਤੇ ਡਿਪੈਂਡ ਕਰਦਾ, ਇਹ ਉਸਦੇ ਅਖਲਾਕ ਤੇ ਡਿਪੈਂਡ ਕਰਦਾ ਤੇ ਉਹਦੇ ਬਾਰੇ ਤੁਸੀਂ ਪਰਸਨਲ ਕੁਝ ਨਹੀਂ ਕਿਹਾ ਜਾ ਸਕਦਾ। ਲੇਕਿਨ ਇਹ ਗਿਰਾਵਟ ਹੈ ਸਮਾਜ 'ਚ, ਜਿਹੜੇ ਲੋਕ ਆਪਣੇ ਲਾਲਚ ਨੂੰ ਕਿਤੇ ਵੀ ਬਦਲਦੇ ਆ। ਸੋ ਇਹ ਰਹੀ ਗੱਲ ਤੁਸੀਂ ਭਾਰਤੀ ਜਨਤਾ ਪਾਰਟੀ ਦੀ, ਜੇ 2-4 ਗਏ ਆ
ਤਾਂ 2-400 ਆਏ ਆ, ਗਏ 2-4-5 ਹੋਣਗੇ ਤੇ ਆਏ 2-400। ਜੇ ਮੈਂ ਤੁਹਾਡੇ ਆਗੂ ਕਮਲ ਸ਼ੇਟਲੀ ਹੋਰਾਂ ਦੀ ਗੱਲ ਕਰਾਂ ਤਾਂ ਅਸ਼ਵਨੀ ਸ਼ਰਮਾ ਖੁਦ ਉਹਨਾਂ ਨੂੰ ਮਨਾਉਣ ਪਹੁੰਚੇ ਸੀਗੇ, ਤਾਂ ਉਹ ਗੱਲਬਾਤ ਉਹਨਾਂ ਦੀ ਕੋਈ ਸਹੀ ਨਹੀਂ ਰਹੀ ਸੀਗੀ, ਜਿਸ ਕਰਕੇ ਉਹ ਨਾਲ ਹੀ ਫਿਰ ਅਕਾਲੀ ਦਲ 'ਚ ਸ਼ਾਮਲ ਹੋ ਗਏ। ਨਹੀਂ ਦੇਖੋ, ਸਾਡੇ ਪ੍ਰਧਾਨ ਹੈ, ਹਾਂ ਉਦੋਂ ਸਾਡੀ ਪਰਿਵਾਰ ਦੇ ਮੈਂਬਰ ਸੀ ਤੇ ਇੱਕ ਪਰਿਵਾਰ ਦੇ ਹੈੱਡ ਹੋਣ ਦੇ ਨਾਤੇ ਸਾਡੀ ਡਿਊਟੀ ਹੈ, ਸਾਡਾ ਧਰਮ ਹੈ, ਤੇ ਉਹ ਗਏ ਤੇ ਉਹ ਗੱਲ ਨਹੀਂ ਬਣੀ। ਉਸ 'ਚ ਕੀ ਗੱਲ ਹੈ, ਐਫਰਟਸ ਕਰਨਾ ਸਾਡਾ ਧਰਮ ਹੈ, ਸਾਡਾ ਪਰਿਵਾਰ ਸੀ ਉਦੋਂ, ਤੇ ਹੁਣ ਉਹ ਚਲੇ ਗਏ, ਠੀਕ ਹੈ। ਕੋਈ ਲੱਗਦਾ ਨਹੀਂ ਨੁਕਸਾਨ ਹੋਊਗਾ ਤੁਹਾਨੂੰ? ਬਹੁਤ ਵੱਡੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ, ਸਾਡੇ ਕਈ ਕਰੋੜਾਂ ਮੈਂਬਰ ਹੈ ਤੇ ਅਸੀਂ ਪੰਜਾਬ 'ਚ ਸਰਕਾਰ ਬਣਾਵਾਂਗੇ, ਚਿੰਤਾ ਨਾ ਕਰੋ। ਕਦੋਂ ਕੁ ਲੋਕ ਇੰਤਜ਼ਾਰ ਕਰਨ ਤੁਹਾਡਾ ਖਰੜਾ ਜਿਹੜਾ ਮੈਨੀਫੈਸਟੋ ਹੈ, ਕਦੋਂ ਕੁ ਪੰਜਾਬ ਦੇ ਵਿੱਚ ਆਊਗਾ? ਅਸੀਂ ਲੋਕਾਂ 'ਚ ਵਿਚਰ ਰਹੇ ਹਾਂ, ਸਾਡੇ ਵਿਚਾਰ ਲੋਕਾਂ 'ਚ ਸਾਹਮਣੇ ਆ ਰਹੇ ਆ, ਜਿਹੜਾ ਮੈਨੀਫੈਸਟੋ ਹੈ ਉਹ ਸਾਡਾ ਆ ਜਾਏਗਾ। ਤੇ ਕਿਸਾਨ ਅੰਦੋਲਨ ਲੱਗਦਾ ਨਹੀਂ ਤੁਹਾਨੂੰ ਪੰਜਾਬ 'ਚ ਇਫੈਕਟ ਕਰੂਗਾ? ਬਿਲਕੁਲ, ਅਸੀਂ ਉਹ ਮੁੱਦਾ ਖਤਮ ਹੋ ਜਾਏ, ਅੰਦੋਲਨ ਖਤਮ ਹੋ ਜਾਏ, ਸਾਡਾ ਉਹਦਾ ਪ੍ਰਯਾਸ ਹੈਗਾ। ਮਤਲਬ ਇਲੈਕਸ਼ਨਸ ਤੋਂ ਪਹਿਲਾਂ ਖਤਮ ਹੋ ਜਾਵੇ? ਨਹੀਂ, ਸਾਡਾ ਤਾਂ ਅੱਜ ਵੀ ਪ੍ਰਯਾਸ ਹੈ। ਇਲੈਕਸ਼ਨ ਦੇਖੋ, ਅਸੀਂ ਨਾ ਸਾਡੀ ਮਾਈਂਡ ਸੈਟ ਇਸ ਤਰ੍ਹਾਂ ਦਾ ਹੈ ਵੀ ਹਰ ਚੀਜ਼ ਨੂੰ ਅਸੀਂ ਚੋਣਾਂ ਦੇ ਨਾਲ ਜੋੜਦੇ ਹਾਂ, ਜਦ ਕਿ ਭਾਰਤੀ ਜਨਤਾ ਪਾਰਟੀ ਦਾ ਚੋਣਾਂ ਅਸੀਂ ਲੜਦੇ ਜ਼ਰੂਰ ਹਾਂ, ਪਰ ਚੋਣਾਂ ਕਰਕੇ ਹੀ ਸਾਰਾ ਕੁਝ ਕਰਨਾ ਐਸਾ ਕੁਝ ਨਹੀਂ ਹੈ। ਤੇ ਜੇ ਜਦੋਂ ਲੜੇਗੀ ਬੀਜੇਪੀ ਪੰਜਾਬ ਦੇ ਵਿੱਚ, ਕਿ ਉਹ ਸੀਐਮ ਚਿਹਰੇ ਦੇ ਨਾਲ ਲੜੇਗੀ ਕਿ ਮੋਦੀ ਸਾਹਿਬ ਦੇ ਚਿਹਰੇ ਦੇ ਨਾਲ ਹੀ ਲੜੇਗੀ, ਜਿਸ ਤਰ੍ਹਾਂ ਬਾਕੀ ਸੂਬਿਆਂ ਦੇ ਵਿੱਚ? ਸਾਡੇ ਕੋਲ ਚਿਹਰੇ ਬਹੁਤ ਹੈ, ਚਿੰਤਾ ਨਾ ਕਰੋ। ਪੰਜਾਬ ਦੇ ਵਿੱਚ ਕੌਣ ਹੈ? ਬਹੁਤ, ਸਾਡੇ ਕੋਲ ਬਹੁਤ ਹੈ, ਤਾਂ ਸਾਹਮਣੇ ਆ ਜਾਣਗੇ, ਚਿੰਤਾ ਹੀ ਕਰਦੇ। ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਇਸ ਸਾਡੇ ਨਾਲ ਭਾਜਪਾ ਦੇ ਸੀਨੀਅਰ ਆਗੂ ਪ੍ਰਵੀਨ ਬੰਸਲ ਜੀ, ਜਿਨ੍ਹਾਂ ਨਾਲ ਆਪਾਂ ਕਿਸਾਨ ਅੰਦੋਲਨ ਤੋਂ ਲੈ ਕੇ ਹਰੇਕ ਚੀਜ਼ ਦੀ ਆਪਾਂ ਗੱਲਬਾਤ ਕੀਤੀ ਹੈ, ਤੇ ਇਹਨਾਂ ਦਾ ਕਹਿਣਾ ਕਿ ਅਸੀਂ ਪ੍ਰਯਾਸ ਕਰ ਰਹੇ ਹਾਂ ਕਿ ਕਿਸਾਨ ਅੰਦੋਲਨ ਛੇਤੀ ਖਤਮ ਹੋ ਜਾਵੇ, ਤੇ ਚੋਣਾਂ ਦੀਆਂ ਵੀ ਇਹ ਪੂਰੀਆਂ ਤਿਆਰੀਆਂ ਕਰਕੇ ਬੈਠੇ ਨੇ। ਉਸ ਦੇ ਨਾਲ ਹੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤੇ ਵੀ ਇਹਨਾਂ ਤੰਜ ਕਸੇ ਕਿ ਉਹ ਦਿੱਲੀ ਬੈਠੇ ਐਲਾਨ ਕਰੀ ਜਾਂਦੇ ਨੇ, ਜਦੋਂ ਗਰਾਊਂਡ ਤੇ ਆਉਣਗੇ ਤਾਂ ਫਿਰ ਦੇਖਾਂਗੇ ਕਿ ਕੀ ਉਹ ਕਰ ਸਕਦੇ ਨੇ। ਤਾਂ ਵਧੇਰੇ ਅਪਡੇਟਸ ਨਾਲ ਜੁੜੇ ਰਹੋ। ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ ਸਰਮਜੀਤ ਸਿੰਘ ਭੱਲਾ, ਲੁਧਿਆਣਾ।